सतनाम श्री वाहेगुरु जी। तेरे कवने कवने गुण कह कह गावा, तेरे कवने कवने गुण कह कह गावा, तू साहिब गुणी निदाना, तुमरी महिमा भरी निदासा को, तो ठाकुर ऊंच भगवाना। जागी चाँद जगत को लागे, पर तू ही करे। नीचो ऊंच करे मेरा गोविंद, नीचो ऊंच करे मेरा गोविंद, नीचो ऊंच करे मेरा गोविंद। आनंद गुणी निधान गुरु गरीब निवाजियो, आनंद गुणी निधान गुरु गरीब नवाजियो, बोलना जी सतनाम श्री वाहेगुरु जी। दारी तेरे खड़े हा सवाली दातिया, सवाली दातिया, दार तेरे खड़े हा सवाली दातिया, सवाली दातिया। तेरे दर प्रीत माना कोई थोड़ जी, कर दे यार
अर्ज कभी हाथ जोड़ दी तेरे दर प्रीत माना कोई तोड़ दी कर दे अर्ज कभी हाथ जोड़ जी तेरे दर प्रीत माना कोई तोड़ जी कर दे अर्ज कभी हाथ जोड़ दी तेरे दर प्रीत माना कोई तोड़ दी किसे नू तू मोड़दा ना खाली दातिया दार तेरे खड़े हाँ सवाली दातिया दार तेरे खड़े हाँ सवाली दातिया सातों मोरे बोती असी दूरी पड़े हाँ कवियां दी डार विच आण खड़े हाँ सातों मोरे बोती असी दूर बड़े हाँ कवियां दी डार विच आण खड़े हाँ सातों मोरे बोती असी दूरी पड़े हाँ कवियां दी डार विच आण खड़े हाँ सातों मोरे बोती असी दूर बड़े हाँ सहजी नाल मंगीए ना काली दातिया दार तेरे खड़े हाँ सवाली दातिया दार तेरे खड़े हाँ सवाली दातिया करे जो हंकार कुछ रहे पल्ले ना विद्या दा मान थोड़े कोल चले ना करे जो हंकार कुछ रहे पल्ले ना विद्या दा मान थोड़े कोल चले ना करे जो हंकार कुछ रहे पल्ले ना विद्या दा मान थोड़े कोल चले ना करे जो हंकार कुछ रहे पल्ले ना इना कोलों आप ही बचा ले दातिया दार तेरे खड़े हाँ सवाली दातिया दार तेरे खड़े हाँ सवाली दातिया तेरी मौज पामे ताकत बिठा देवे ओ बारिशां तो चाहे आरशी पुचा देवे तेरी मौज पामे ताकत बिठा देवे बारिशां तो चाहे आरशी पुचा देवे तेरी मौज पामे ताकत बिठा देवे बारिशां तो चाहे आरशी पुचा देवे तेरी मौज पामे ताकत बिठा देवे शाह करे पाद में कंगाली दातिया दारी तेरे खड़े हाँ सवाली दातिया दारी तेरे खड़े हाँ सवाली दातिया
ਦੌਲਕੀਆਂ ਵਾਲਿਆਂ ਨੂੰ ਮਾਣ ਬਖਸ਼ੀ ਸਾਡੇ ਜੱਥੇ ਤਾਈ ਦਾਤਾ ਤਾਣ ਬਖਸ਼ੀ ਦੌਲਕੀਆਂ ਵਾਲਿਆਂ ਨੂੰ ਮਾਣ ਬਖਸ਼ੀ ਕਾਟੀ ਜਿੱਥੇ ਤਾਈ ਦਾਤਾ ਤਾਣ ਬਖਸ਼ੀ ਦੌਲਕੀਆਂ ਵਾਲਿਆਂ ਨੂੰ ਮਾਣ ਬਖਸ਼ੀ ਓ ਸਾਡੇ ਜੱਥੇ ਤਾਈ ਦਾਤਾ ਤਾਣ ਬਖਸ਼ੀ ਦੌਲਕੀਆਂ ਵਾਲਿਆਂ ਨੂੰ ਮਾਣ ਬਖਸ਼ੀ ਚਾਂਚਲ ਦੀਪ ਚਾਰਨੀ ਲਗਾ ਲਈ ਦਾਤਿਆ ਦਰ ਤੇਰੇ ਖੜੇ ਹਾਂ ਸਵਾਲੀ ਦਾਤਿਆ ਦਰ ਤੇਰੇ ਖੜੇ ਹਾਂ ਸਵਾਲੀ ਦਾਤਿਆ ਸ਼ਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਵੀਂ ਤੋਟ ਨ ਆਵਈ ਖਾਏ ਖਰਚ ਰਹੰਦਾ 184 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਵਕਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਾਦਰੇ ਕਰਮ ਕਰੀਮ ਸਾਹਿਬੇ ਕਮਾਲ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਦਾਸਰਿਆਂ ਦੀ ਹਾਜ਼ਰੀ ਲੱਗ ਜਾਵੇ ਢਾਡੀ ਜਥੇ ਵੱਲੋਂ ਗੁਰ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੀ ਨਦਰ ਆਪ ਜੀ ਤੇ ਹੋਈ ਸਾਡੇ ਤੇ ਸਤਿਗੁਰ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੁਸੀਂ ਸੁਣਨ ਵਾਸਤੇ ਤੇ ਅਸੀਂ ਸੁਣਾਉਣ ਵਾਸਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰ ਹੋਏ ਹਾਂ ਮੇਰੇ ਤੋਂ ਪਹਿਲਾਂ ਆਪ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ ਤੇ ਸੈਕਟਰੀ ਸਾਹਿਬ ਜਿੱਥੇ ਆਪ ਜੀ ਨੇ ਹੋਰ ਬੇਨਤੀਆਂ ਕਰਕੇ ਗਏ ਉਹਨਾਂ ਇਹ ਵੀ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਇਤਿਹਾਸ ਹਰ ਕੌਮ ਦਾ ਵਡਮੁੱਲਾ ਸਰਮਾਇਆ ਹੋਇਆ ਕਰਦਾ ਹੈ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਤੇ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੀਆਂ ਨੇ ਉਹ ਹਮੇਸ਼ਾ ਹੀ ਅਣਖ ਦਾ ਜੀਵਨ ਜਿਉਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਦੂਰ ਹੋ ਜਾਂਦੀਆਂ ਨੇ ਉਹਨਾਂ ਕੌਮਾਂ ਦਾ ਨਿਸ਼ਾਨ ਫਿਰ ਦੁਨੀਆ ਦੇ ਤਖਤੇ ਤੋਂ ਬਹੁਤ ਜਲਦ ਮਿਟ ਜਾਇਆ ਕਰਦਾ ਹੈ ਸਿੱਖ ਕੌਮ ਦਾ ਇਤਿਹਾਸ ਬੜਾ ਮਹਾਨ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਪੰਥ ਦੀ ਸਿਰਜਣਾ ਕੀਤੀ ਉਸ ਨਿਰਮਲ ਪੰਥ ਨੂੰ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਰਕੇ ਇਹੋ ਜਿਹੀ ਏਕਤਾ ਬਖਸ਼ਿਸ਼ ਕਰ ਦਿੱਤੀ ਇਹੋ ਜਿਹਾ ਸਰਜੀਤ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਿਰਮਲ ਪੰਥ ਨੂੰ ਕਰ ਦਿੱਤਾ ਅੱਜ ਤੱਕ ਮੇਰੀ ਕੌਮ ਇਸ ਨਿਰਮਲ ਪੰਥ ਸਤਿਗੁਰ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਜੇ ਨਿਆਰੇ ਖਾਲਸੇ ਦੇ ਪਾਏ ਪੂਰਨਿਆਂ ਤੇ ਚੱਲ ਰਹੀ ਹੈ ਅੱਜ ਢਾਡੀ ਜਥਾ ਆਪ ਜੀ ਦੇ ਨਾਲ ਇਤਿਹਾਸ ਦੀ ਉਸ ਵੰਨਗੀ ਨੂੰ ਸੰਖੇਪ ਰੂਪ ਦੇ ਵਿੱਚ ਸਾਂਝਾ ਕਰੇਗਾ ਜਿਹੜੇ ਦਿਨ ਅਸੀਂ ਪਿੱਛੇ ਮਨਾਏ ਨੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿ ਰਾਏ ਪਾਤਸ਼ਾਹ ਜੀ ਦਾ ਪਾਵਨ ਪੁਰਬ ਅਸਾਂ ਨੇ ਮਨਾਇਆ ਤੇ ਉਸ ਦਿਨ
ਦੋ ਪੁਰਬ ਅਸੀਂ ਮਨਾਏ, ਇੱਕ ਸਤਿਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਤੇ ਦੂਸਰਾ ਉਹ ਮਹਾਨ ਰਹਿਬਰ ਜਿਸ ਦੀ ਬਾਣੀ ਬੜੀ ਇਨਕਲਾਬੀ ਹੈ, ਜਿਸ ਦੀ ਬਾਣੀ ਸਾਡੇ ਅਧਿਆਤਮਕ ਪੱਖ ਨੂੰ ਵੀ ਬਹੁਤ ਮਜ਼ਬੂਤ ਕਰਦੀ ਹੈ। ਧੰਨ ਧੰਨ ਬਾਬਾ ਰਵਿਦਾਸ ਜੀ। ਉਹਨਾਂ ਦੇ ਪਾਵਨ ਇਤਿਹਾਸ ਦੇ ਵਿੱਚੋਂ ਸੰਖੇਪ ਰੂਪ ਦੇ ਵਿੱਚ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਇਤਿਹਾਸ ਦੀ ਸਾਂਝ ਪਾਈਏ। ਜਦੋਂ ਅਸੀਂ ਇਸ ਮਹਾਨ ਰਹਿਬਰ ਦੇ ਜੀਵਨ ਨੂੰ ਪੜ੍ਹਦੇ ਹਾਂ, ਜਦੋਂ ਪਰਮਾਤਮਾ ਦੀ ਬੰਦਗੀ ਦੀ ਗੱਲ ਤੁਰਦੀ ਹੈ ਤੇ ਬੰਦਗੀ ਦਾ ਪੱਖ ਵੀ ਬੜਾ ਮਜ਼ਬੂਤ ਹੈ। ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤੀ ਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਤੀਜੈ। ਹੋ ਬਲਵਲ ਜਾਈਏ, ਹੋ ਬਲਵਲ ਜਾਉਨ ਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਓ। ਬਹੁਤ ਜਨਮ ਵਿਸ਼ਰੇ ਤੇ ਮਾਦੋ, ਇਹ ਜਨਮ ਤਵਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਤੇ ਪਰਮਾਤਮਾ ਦੀ ਬੰਦਗੀ ਕਰਦਿਆਂ ਆਪਣੇ ਆਪ ਨੂੰ ਕਿੰਨਾ ਕੋ ਨਿਮਰਤਾ ਦੇ ਵਿੱਚ ਲਿਆਉਂਦੇ ਨੇ, ਕਿੰਨੀਆਂ ਕੋ ਭੁੱਲਾਂ ਬਖਸ਼ਾਉਂਦੇ ਨੇ। ਪਰਮਾਤਮਾ ਦੇ ਭਗਤ ਨੇ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਨੇ, ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਨੇ। ਪਰਮਾਤਮਾ ਦੇ ਅੱਗੇ ਆਪਣਾ ਸੀਸ ਝੁਕਾ ਕੇ ਬੜੀ ਨਿਮਰਤਾ ਦੇ ਨਾਲ ਪਰਮਾਤਮਾ ਦੇ ਕੋਲੋਂ ਆਪਣੀ ਭੁੱਲ ਬਖਸ਼ਾਉਂਦੇ ਹੋਏ ਕੀ ਕਹਿੰਦੇ ਨੇ? ਜੋ ਪੈ ਹਮਨਾ ਪਾਪ ਕਰੰਤਾ, ਅਹ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਦਾ। ਤੇ ਆਪਣੇ ਮਨ ਦੀ ਗੱਲ ਕਰਦਿਆਂ ਬੜੇ ਕਮਾਲ ਦੇ ਬਚਨ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਆਖ ਦਿੱਤੇ। ਕਾਟ ਅਵ ਘਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਬੜੇ ਕਮਾਲ ਦੇ ਬਚਨ ਨੇ। ਤੇ ਆਪਣੀ ਸੋਚ ਦੀ ਗੱਲ ਕਰਦਿਆਂ ਮੈਂ ਪਿਛਲੇ ਹਫ਼ਤੇ ਵਿੱਚ ਪੰਗਤੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਵਾਤੀ, ਰਾਮ ਗੁਸਾਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਸੋਚ ਦੀ ਗੱਲ ਕਰਦੇ ਨੇ। ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵੀ ਮੋਹਾ, ਕਛ ਆਰਾ ਪਾਰ ਨ ਸੂਝ, ਸਗਲ ਪਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀਓ। ਜਦੋਂ ਪਰਮਾਤਮਾ ਦੀ ਬੰਦਗੀ ਕੀਤੀ ਤੇ ਬ੍ਰਾਹਮਣਵਾਦ ਨੂੰ ਵਕਤ ਪੈ ਗਿਆ। ਜਿੱਥੇ ਬ੍ਰਾਹਮਣਵਾਦ ਨੂੰ ਵਕਤ ਪਿਆ, ਉੱਥੇ ਉਸ ਵੇਲੇ ਦੇ ਰਾਜਿਆਂ ਨੇ ਵੀ ਮੇਰੇ ਸਤਿਗੁਰ ਪਾਤਸ਼ਾਹ ਜੀ ਦੀ ਜੇਕਰ ਪਰਖ ਕੀਤੀ ਤੇ ਚਰਨਾਂ ਤੇ ਝੁਕਣਾ ਪੈ ਗਿਆ। ਰਾਜਾ ਪੀਪਾ ਆਇਆ, ਮੇਰੇ ਗੁਰਦੇਵ ਪਾਤਸ਼ਾਹ ਜੀ ਜੋੜੇ ਗੰਢਣ ਦਾ ਕੰਮ ਕਰਦੇ ਨੇ। ਜਦੋਂ ਵੇਖਿਆ ਉਹਨਾਂ ਦੇ ਕੰਮ ਨੂੰ ਤੇ ਮਨ ਦੇ ਵਿੱਚ ਕੁਝ ਮੈਂ ਆਈ। ਸਤਿਗੁਰ ਪਾਤਸ਼ਾਹ ਜੀ ਨੇ ਇਹੋ ਜਿਹਾ ਸਿੱਧੇ ਰਸਤੇ ਤੇ ਪਾਇਆ, ਰਾਜਾ ਪੀਪਾ ਭਗਤ ਪੀਪਾ ਬਣ ਗਿਆ। ਜੇਕਰ ਵਿਜੇਪਾਲ ਆਇਆ ਤੇ ਵਿਜੇਪਾਲ ਨੂੰ ਇਹੋ ਜਿਹੀ ਠੋਕਰ ਮਾਰੀ, ਉਸ ਰਹਿਬਰ ਦੇ ਚਰਨਾਂ ਤੇ ਝੁਕਣਾ ਪੈ ਗਿਆ ਵਿਜੇਪਾਲ ਨੂੰ। ਜੇਕਰ ਹਰਵੰਸ ਵਰਗਿਆਂ ਨੇ ਉਸ ਰਹਿਬਰ ਨੂੰ ਨੀਵਾਂ ਕਰਨਾ ਚਾਹਿਆ ਤੇ ਉਹਨਾਂ ਦਾ ਪਾਜ ਉਗੜ ਗਿਆ। ਨਾਗਰਮਲ ਨੇ ਆਪਣੀ ਕਚਹਿਰੀ ਦੇ ਵਿੱਚ ਸੱਦੇ, ਨਾਗਰਮਲ ਨੂੰ ਝੁਕਣਾ ਪੈ ਗਿਆ। ਮੈਂ ਕਿੰਨਾ ਕਿੰਨਾ ਦਾ ਨਾਂ ਲਵਾਂ ਜਿਨ੍ਹਾਂ ਨੇ
ਉਸ ਰਹਿਬਰ ਦੇ ਅੱਗੇ ਚੁੱਕ ਕੇ ਆਪਣੀ ਪੁੱਲ ਬਖਸ਼ਾਈ। ਆਓ ਉਹਨਾਂ ਨੇ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ, ਮਨੁੱਖੀ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਕਿਵੇਂ ਪਰ ਉਪਕਾਰ ਕੀਤੇ ਨੇ ਸਾਡੇ ਤੇ, ਕਿਵੇਂ ਉਹਨਾਂ ਨੇ ਮਨੁੱਖਤਾ ਨੂੰ ਸਿੱਧੇ ਰਸਤੇ ਤੇ ਪਾਇਆ, ਕਿਵੇਂ ਮਾਨਵਤਾ ਦੇ ਭਲੇ ਹਿੱਤ ਕਾਰਜ ਕਰਦਿਆਂ ਉਹਨਾਂ ਨੇ ਮਿਹਨਤ ਕੀਤੀ। ਅਸੂਲ ਹੈ ਪਰਮਾਤਮਾ ਦਾ, ਕਿਰਤ ਕਰਨ ਵਾਲੇ ਨੂੰ ਬੜਾ ਵਡਿਆਇਆ ਜਾਂਦਾ ਹੈ, ਕੰਮ ਚਾਹੇ ਕੋਈ ਵੀ ਹੋਵੇ। ਜਿਹੜੇ ਕਿਰਤ ਕਰਦੇ ਨੇ, ਨਾਮ ਜਪਦੇ ਨੇ ਤੇ ਵੰਡ ਕੇ ਛਕਦੇ ਨੇ, ਉਹਨਾਂ ਨੂੰ ਅਕਾਲ ਪੁਰਖ ਦੇ ਦਰਗਾਹ ਦੇ ਵਿੱਚੋਂ ਬੜਾ ਸਤਿਕਾਰ ਮਿਲਿਆ ਹੈ। ਸਿੱਖੀ ਨੇ ਵੀ ਬੜਾ ਸਤਿਕਾਰ ਦਿੱਤਾ, ਸਿੱਖ ਗੁਰੂ ਸਾਹਿਬਾਨਾਂ ਨੇ ਵੀ ਬੜਾ ਸਤਿਕਾਰ ਦਿੱਤਾ। ਉਹਨਾਂ ਨੇ ਕਿਹੜੇ ਪਰ ਉਪਕਾਰ ਕੀਤੇ, ਕਿਵੇਂ ਬੰਦਗੀ ਕੀਤੀ, ਪਿਤਾ ਸੰਤੋਖ ਤੇ ਮਾਤਾ ਕਲਸਾ ਦੇ ਨਾਮ ਨੂੰ ਕਿਵੇਂ ਉੱਚਾ ਕੀਤਾ, ਇਸ ਸਾਰੇ ਦ੍ਰਿਸ਼ ਨੂੰ ਕਵਿਤਾ ਰੂਪ ਦੇ ਵਿੱਚ ਸਾਥੀ ਇਉਂ ਕਹਿੰਦੇ ਨੇ। ਗੱਲ ਜੇ ਸ਼ੁਰੂ ਕਰੀਏ ਸੰਗ ਤੇ ਰੱਬ ਦੇ ਭਗਤਾਂ ਦੀ, ਉਹ ਸਭ ਤੋਂ ਪਹਿਲਾਂ ਨਾਰਵ ਦਾਸ ਭਗਤੀ ਦਾ ਲੈਣਾ, ਉਹ ਸਭ ਤੋਂ ਪਹਿਲਾਂ ਨਾਰਵ ਦਾਸ ਭਗਤੀ ਦਾ ਲੈਣਾ। ਉਹ ਕਾਸ਼ੀ ਸ਼ਹਿਰ ਜੋ ਬਸਿਆ ਵਿੱਚ ਬਨਾਰਸ ਦੇਸ ਦੇ ਸੱਚ ਆਖਾਇਆ ਤੇ ਸ਼ਹਿਰ ਚ ਆਇਆ, ਇਹ ਭਗਤੀ ਦਾ ਗਹਿਣਾ ਉਸੇ ਸ਼ਹਿਰ ਚ ਆਇਆ, ਇਹ ਭਗਤੀ ਦਾ ਗਹਿਣਾ। त्यागी कोई दुनिया दे विच होया ना, माया त्यागी कोई दुनिया दे विच होया ना, हो बिन रविदास जी दे ए दुनिया दा कहना, हो बिन रविदास जी दे ए दुनिया दा कहना। अजे ना संतोख दे सच आखा माता कलसा दा फिर नास किसने लेना, हो माता कलसा दा फिर नास किसने लेना। भगती करके कीता ना उचासी मापियां दा, भगती करके कीता ना उचासी मापियां दा, जाके मंदिर मसीती फिर बजाया शैना, जाके मंदिर
सीती फिर बजाया शैना कर दे रहे हिरका ठेकेदार सितारी मान सच आखा पे गए पीछे कट्ठी होके खलकत सारी पे गई पीछे कट्ठी होके खलकत सारी शंख बजावे ना कोई टलियां भी खड़कावे ना शंख बजावे ना कोई टलियां भी खड़कावे ना होए ता बनदी है पंडितां दी जिम्मेवारी होए ता बनदी है पंडितां दी जिम्मेवारी दिल गल गोल न देना ते कोई जंजू पावे ना सच आखा कल्ले लेके बह गए कर्म दी ठेकेदारी ओ कल्ले लेके बह गए कर्म दी ठेकेदारी होया फेर मुकाबला नागरमल दे सामने होया फेर मुकाबला नागरमल दे सामने डुबे गलोटे रूड़े देसी पथरी तारी डुबे गलोटे रूड़े देसी पथरी तारी शतर चला के हाथी उते बैठाया बब्बे नू सच आखा पिछे तन तन कर दी ओदी दुनिया सारी पिछे तन तन कर दी ओदी दुनिया सारी पिछे तन तन कर दी ओदी दुनिया सारी हो ਬਲਿਹਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੇਕਰ ਮੇਰੇ ਪੰਚਮ ਪਾਤਸ਼ਾਹ ਗੁਰਬਾਣੀ ਦਾ ਅਨਮੋਲ ਖਜ਼ਾਨਾ ਸਾਡੀ ਝੋਲੀ ਦੇ ਵਿੱਚ ਨਾ ਪਾਉਂਦੇ ਤੇ ਇਹੋ ਜਿਹੇ ਰਹਿਬਰਾਂ ਦੀ ਗੁਰਬਾਣੀ ਨੂੰ ਸੰਭਾਲਿਆ ਨਹੀਂ ਸੀ ਜਾ ਸਕਦਾ। ਸਤਿਗੁਰ ਪੰਜਮ ਪਾਤਸ਼ਾਹ ਜੀ ਨੇ ਇਹ ਮਹਾਨ ਪਰ ਉਪਕਾਰ ਕੀਤਾ ਤੇ ਬੜਾ ਸਤਿਕਾਰ ਦਿੱਤਾ ਇਹ ਬਾਣੀ ਪੜਨ ਵਾਲਿਆਂ ਨੂੰ, ਬਾਣੀ ਰਚਣ ਵਾਲਿਆਂ ਨੂੰ। ਟੂਕ ਮਾਤਰ ਗੱਲ ਕਰਕੇ ਮੈਂ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਪਾਵਾਂ, ਸਮਾਪਤੀ ਕਰਾਂ। ਆਮ ਕਰਕੇ ਕਈਆਂ ਕਿਤਾਬਾਂ ਦੇ ਵਿੱਚੋਂ ਕਈਆਂ ਇਤਿਹਾਸਕਾਰਾਂ ਦੀ ਲਿਖਤ ਮਿਲਦੀ ਹੈ ਕਿ ਇਸ ਰਹਿਬਰ ਨੇ ਗੁਰੂ ਤਾਰਿਆ ਏ ਬਾਬਾ ਰਾਮਾਨੰਦ ਜੀ ਨੂੰ। ਗੁਰੂ ਸਵਾਰਿਓ ਨਹੀਂ, ਇਹ ਗੱਲ ਇਤਿਹਾਸ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਸਤਿਗੁਰ ਪੰਜਮ ਪਾਤਸ਼ਾਹ ਜੀ ਨੇ ਇਸ ਗੱਲ ਦਾ ਫੈਸਲਾ ਕਰ ਦਿੱਤਾ ਹੈ। ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਮੇਰੇ ਇਸ ਰਹਿਬਰ ਦਾ ਕੋਈ ਗੁਰੂ ਨਹੀਂ ਸੀ। ਬਚਪਨ ਤੋਂ
ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗੇ, ਕਿਰਤ ਕੀਤੀ ਤੇ ਕਿਰਤ ਕਰਕੇ ਦੁਨੀਆ ਨੂੰ ਸਿੱਧੇ ਰਸਤੇ ਤੇ ਪਾਇਆ। ਅਗਾਨਾ ਚਾਵਾਂ ਸਟੇਟ ਸੈਕਟਰੀ ਸਾਹਿਬ ਮਾਈਕ ਤੇ ਪਹੁੰਚ ਚੁੱਕੇ ਨੇ। ਇੰਨੀ ਸੇਵਾ ਪ੍ਰਵਾਨ ਹੋਈਆਂ ਪੁੱਲਾਂ ਦੀ ਖਿਮਾ। ਬਹੁਤ ਬਹੁਤ ਸੰਗਤ ਦਾ ਧੰਨਵਾਦ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਣਾ। ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਨਿਆਈ ਪੂਰਬ ਲਿਖਿਆ ਪਾਈ। ਇਹ ਮਨ ਤੇਰਾ ਭਾਈ ਰਹਾਉ। ਸੰਤਨ ਸਿਉ ਮੇਰੀ ਲੇਵਾ ਦੇ ਸੰਤਨ ਸਿਉ ਬਿਵਹਾਰਾ। ਸੰਤਨ ਸਿਉ ਹਮ ਲਾਹ ਖਾਟਿਆ ਹਰ ਭਗਤ ਪਰੇ ਪੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੇਗੋ ਜੋ ਫਾਟਿਓ ਸਗਲੋ ਲੇਖਾ। ਨਾਹੁ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁਲੇ ਸਤ ਦਾਰਾ ਸਿਉ ਪ੍ਰੀਤ ਲਗਾ। ਇਕ ਉਤਮਾ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ। ਰੋਜ਼ਾਨਾ ਦੀ ਤਰ੍ਹਾਂ ਹਫ਼ਤਾਵਾਰੀ ਦੀਵਾਨ ਉਚੇਚੇ ਤੌਰ 'ਤੇ ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ 'ਤੇ ਸਜਾਏ ਜਾਂਦੇ ਨੇ। ਅੱਜ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਦੀਵਾਨਾਂ ਦੀ ਅੰਮ੍ਰਿਤ ਵੇਲੇ ਤੋਂ ਆਰੰਭਤਾ ਹੋਈ। ਆਪ ਸੰਗਤਾਂ ਨੇ ਬੜੇ ਪ੍ਰੇਮ ਸ਼ਰਧਾ ਵਿੱਚ ਭਿੱਜ ਕੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਮੇਰੇ ਅਤੀ ਸਤਿਕਾਰਯੋਗ ਭੈਣ ਚੰਚਲਦੀਪ ਕੌਰ ਜੀ ਉਹਨਾਂ ਦੇ ਸਮੂਹ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ ਹੈ। ਆਓ ਗੁਰਮੁਖੋ ਇਸ ਪਾਵਨ ਅਸਥਾਨ 'ਤੇ ਜਿੱਥੇ ਕੀਰਤਨ ਦੀ ਲੜੀ ਚੱਲਦੀ ਹੈ, ਢਾਡੀ ਵਾਰਾਂ ਦਾ ਗਾਇਨ ਕੀਤਾ ਜਾਂਦਾ ਹੈ, ਉੱਥੇ ਕੁਝ ਸਮਾਂ
ਗੁਰਮਤਿ ਵਿਚਾਰਾਂ ਦਾ ਵੀ ਸਾਂਝ ਪਾਉਣ ਦਾ ਆਪ ਸੰਗਤਾਂ ਨਾਲ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਅੱਜ ਵੀ ਆਪ ਜੀ ਨੇ ਬਖਸ਼ਿਸ਼ ਕੀਤੀ। ਆਓ ਗੁਰਮੁਖੋ, ਜਿਤਨਾ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਰੂ ਦੀ ਮਹਿਮਾ ਦਾ ਜ਼ਿਕਰ ਹੈ, ਪਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਦਾ ਜ਼ਿਕਰ ਹੈ। ਜਿਹੜਾ ਗੁਰੂ ਵਾਲਾ ਬਣੇਗਾ ਉਹੀ ਪਰਮਾਤਮਾ ਦਾ ਨਾਮ ਜਪੇਗਾ, ਉਹੀ ਵਾਹਿਗੁਰੂ ਦੀਆਂ ਵਡਿਆਈਆਂ ਕਰੇਗਾ। ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ, ਸਾਡੇ ਅੰਦਰ ਉਸ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਚਾਅ ਪੈਦਾ ਹੁੰਦਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਇੱਕ ਪਰਮਾਤਮਾ ਦੀਆਂ ਵਡਿਆਈਆਂ ਦਾ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਤੁਸੀਂ ਪਾਠ ਸਰਵਣ ਕਰਦੇ। ਗੁਰੂ ਅਮਰਦਾਸ ਮਹਾਰਾਜ ਜੀ ਆਵਾਜ਼ ਮਾਰ ਕੇ ਸਾਨੂੰ ਕਹਿੰਦੇ ਪਏ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪਰ ਇਹ ਤਾਂ ਹੀ ਸਾਨੂੰ ਸਮਝ ਆਏਗੀ ਜੇ ਗੁਰੂ ਦੀ ਗੋਦ ਵਿੱਚ ਆਣ ਕੇ ਬੈਠਾਂ, ਗੁਰੂ ਦੇ ਬਚਨ ਸਰਵਣ ਕਰਾਂ। ਗੁਰੂ ਦੀ ਗੋਦ ਵਿੱਚ ਬੈਠਣਗੇ, ਨਾਮ ਜਪਣ ਦਾ ਚਾਅ ਪੈਦਾ ਹੋਏਗਾ। ਗੁਰੂ ਦੀ ਗੋਦ ਵਿੱਚ ਬੈਠਾਂਗੇ, ਬਾਣੀ ਪੜ੍ਹਨ ਦਾ ਚਾਅ ਪੈਦਾ ਹੋਏਗਾ। ਗੁਰੂ ਦੇ ਬਚਨ ਸੁਣਾਂਗੇ, ਸੇਵਾ ਕਰਨ ਦਾ ਚਾਅ ਪੈਦਾ ਹੋਏਗਾ। ਜਦੋਂ ਕੋਈ ਸੇਵਾ ਤੇ ਸਿਮਰਨ ਕਰਦਾ ਹੈ ਨਾ, ਫਿਰ ਉਹਦੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਕਿੰਨਾ ਕੁ ਉਤਰ ਉੱਠਦਾ ਹੈ, ਕਿੰਨੀਆਂ ਕੁ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਮੈਂ ਉਹਦਾ ਜ਼ਿਕਰ ਕਰਨਾ ਹੈ, ਉਹਦੀ ਰਸਨਾ ਤੇ ਕਿੰਨੀ ਕੁ ਬਰਕਤ ਆ ਜਾਂਦੀ ਹੈ। ਅੱਜ ਇਸ ਪਾਵਨ ਅਸਥਾਨ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ, ਤੇ ਪਤਾ ਲੱਗਾ ਸੀ ਉਹ ਭੋਗ ਪਾਏ ਗਏ ਨੇ ਸੰਤ ਬਾਬਾ ਸਤਨਾਮ ਸਿੰਘ ਜੀ ਅਟਵਾਲ, ਜਿਹੜੇ ਰਤਵਾੜੇ ਵਾਲੇ ਮਹਾਂਪੁਰਖਾਂ ਦੇ ਨਾਲ ਜੁੜੇ ਨੇ, ਉਹਨਾਂ ਦੀ ਸੰਗਤ ਕੀਤੀ, ਉਹਨਾਂ ਕੋਲੋਂ ਵਾਹਿਗੁਰੂ ਦੀਆਂ ਬਖਸ਼ਾਂ ਦੇ ਪਾਤਰ ਬਣੇ। ਭਾਵ ਉਹਨਾਂ ਦੇ ਕੋਲ ਬੈਠੇ ਨਾਮ ਜਪਿਆ, ਚੰਗੇ ਪਾਸੇ ਲੱਗੇ, ਸੇਵਾ ਵਾਲੇ ਪਾਸੇ ਲੱਗੇ, ਤੇ ਕਿੰਨੀਆਂ ਕੁ ਬਖਸ਼ਾਂ ਹੋ ਜਾਂਦੀਆਂ। ਆਪ ਸੰਗਤਾਂ ਨੂੰ ਗਿਆਤ ਹੋਵੇ, ਮੈਂ ਸੇਵਾ ਦੀ ਤੇ ਸਿਮਰਨ ਦੀ ਗੱਲ ਕਰਨੀ, ਕਿਉਂਕਿ ਜਿਨ੍ਹਾਂ ਦੀ ਬਰਸੀ ਮਨਾਈ ਗਈ ਹੈ ਨਾ, ਉਹ ਸਿਮਰਨ ਤੇ ਸੇਵਾ ਦੇ ਪੁੰਜ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਬੇਅੰਤ ਸਿੱਖ ਸੰਗਤਾਂ ਆਉਂਦੀਆਂ ਨੇ, ਬੇਅੰਤ। ਤੇ ਜਿਹਦੇ ਤੇ ਗੁਰੂ ਤਰੁੱਠ ਪੈਂਦੇ ਨੇ ਨਾ, ਤਰੁੱਠ ਪੈਂਦੇ, ਉਹਨੂੰ ਕਹਿੰਦੇ ਨੇ ਹੁਣ ਤੂੰ ਸਿੱਖੀ ਦਾ ਪ੍ਰਚਾਰ ਕਰ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਆਪ ਆਪਣੇ ਅੰਦਰ ਨੂੰ ਭਰ ਲੈ। ਉਹ ਕਿਹੜਾ ਸਿੱਖ ਹੈ ਜਿਹਨੂੰ ਮਹਾਰਾਜ ਜੀ ਨੇ ਬਖਸ਼ਿਸ਼ ਦੇ ਨਾਲ ਨਵਾਜਿਆ? ਵੈਸੇ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨਿਆਂ ਕੁ ਤੇ ਮਹਾਰਾਜ ਜੀ ਨੇ ਬਖਸ਼ਾਂ ਰਹਿਮਤਾਂ ਕੀਤੀਆਂ, ਪਰ ਇੱਕ ਐਸੇ ਸਿੱਖ ਦਾ ਜ਼ਿਕਰ ਆਇਆ ਕਿਉਂਕਿ ਉਹ ਵੀ ਪ੍ਰਚਾਰਕ ਸਨ। ਉਸ ਸਿੱਖ ਦਾ ਨਾਮ ਸੀ ਭਾਈ ਸਾਲੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਵੀ ਸੇਵਾ ਕੀਤੀ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਉਹਨਾਂ ਨੇ ਗੁਰਸਿੱਖੀ ਦੀ, ਗੁਰੂ ਨਾਨਕ ਦੀ ਸਿੱਖੀ ਦੀ ਦਾਤ ਝੋਲੀ ਵਿੱਚ ਪਵਾਈ। ਦਿਨ ਰਾਤ ਉਹ ਗੁਰੂ ਘਰ ਦਾ ਸਿੱਖ ਸੇਵਾ ਕਰਦਾ। ਜਿੱਥੇ ਸੇਵਾ ਕਰਦਾ ਉੱਥੇ ਸਿਮਰਨ ਵੀ ਕਰਦਾ ਹੈ। ਮੈਂ ਬੇਨਤੀ ਕਰਦਿਆਂ ਗੁਰਮੁਖੋ, ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ, ਵੇਖੋ ਕਈ ਵਾਰੀ ਵਿੱਚੋਂ ਕੋ ਪ੍ਰਕਰਨ ਐਸਾ ਨਿਕਲ ਆਉਂਦਾ, ਚਿੱਤ ਕਰਦਾ ਵੀ ਆਪ ਸੰਗਤਾਂ ਦੇ ਸਾਹਮਣੇ ਜ਼ਰੂਰ ਉਹਦਾ ਮੈਂ ਜ਼ਿਕਰ ਕਰ ਦੇਣਾ। ਜਦੋਂ ਹਰਿਮੰਦਰ ਸਾਹਿਬ ਤੁਸੀਂ ਜਾਂਦੇ ਹੋ ਨਾ, ਮੱਥਾ ਟੇਕਦੇ ਹੋ, ਸਰੋਵਰ ਦੀ ਸੇਵਾ ਤੇ ਪ੍ਰਕਰਮਾਂ ਦੀ ਸੇਵਾ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਹੋ ਗਈ। ਜਿਹੜਾ ਵਿੱਚ ਹਰਿਮੰਦਰ ਸਾਹਿਬ ਬਣਾਇਆ ਗਿਆ ਨਾ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਣਾਇਆ। ਸਨ 1588 ਈਸਵੀ ਨੂੰ
ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਬੁਲਾਇਆ ਗਿਆ। ਬਾਬਾ ਬੁੱਢਾ ਜੀ ਵਰਗੇ ਕੋਲ ਨੇ, ਭਾਈ ਸਾਲੋ ਜੀ ਵਰਗੇ ਕੋਲ ਨੇ, ਹੋਰ ਰੰਗ ਰਤਨੀਆਂ ਰੂਹਾਂ ਕੋਲ ਨੇ। ਅਰਦਾਸਾ ਸੋਧਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਰਨਾਂ ਵਿੱਚ ਸਿੱਖ ਖਲੋਤੇ ਨੇ ਤੇ ਸਾਈਂ ਮੀਆਂ ਮੀਰ ਨੂੰ ਕੋਲ ਬੁਲਾਇਆ। ਕਹਿਣ ਲੱਗੇ, ਸਾਈਂ ਜੀ, ਤੁਹਾਡੇ ਰੋਮ ਰੋਮ ਦੇ ਵਿੱਚ ਅੱਲਾ ਖੁਦਾ ਦਾ ਨਾਮ ਨਿਵਾਸ ਕਰ ਗਿਆ। ਅੱਲਾ ਖੁਦਾ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਗਏ ਜੀ। ਕਹਿਣ ਲੱਗੇ, ਇਸ ਅਸਥਾਨ ਨੂੰ ਅਸੀਂ ਬਣਾਉਣਾ ਹੈ, ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਏ, ਇਹ ਸਾਰਿਆਂ ਦਾ ਸਾਂਝਾ ਹੈ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਆਪਣੇ ਕਰ ਕਮਲਾਂ ਦੇ ਨਾਲ ਇਸ ਅਸਥਾਨ ਦੀ ਨੀਂਹ ਰੱਖੋ, ਭਾਵ ਇੱਟ ਰੱਖੋ, ਤਾਂ ਕਿ ਰਹਿੰਦੀ ਦੁਨੀਆ ਤੱਕ ਪਤਾ ਲੱਗ ਜਾਏ ਕਿੱਥੇ ਇਕੱਲਾ ਸਿੱਖ ਹੀ ਨਹੀਂ ਆ ਸਕਦਾ। ਇੱਥੇ ਸਾਈਂ ਮੀਆਂ ਮੀਰ ਵਰਗੇ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਵਿੱਚ ਲਬਰੇਜ਼ ਹੋ ਗਏ, ਜਿਨ੍ਹਾਂ ਦੇ ਰੋਮ ਰੋਮ ਵਿੱਚ ਅੱਲਾ ਖੁਦਾ ਦਾ ਨਾਮ ਵਸ ਗਿਆ, ਉਸ ਮਹਾਂਪੁਰਖ ਨੇ ਆਪਣੇ ਕਰ ਕਮਲਾਂ ਦੇ ਨਾਲ ਨੀਂਹ ਰੱਖੀ ਹੈ, ਇੱਟ ਰੱਖੀ ਹੈ। ਇੱਥੇ ਮੁਸਲਮਾਨ ਵੀ ਆ ਸਕਦਾ ਹੈ, ਇੱਥੇ ਹਿੰਦੂ ਵੀ ਆ ਸਕਦਾ ਹੈ, ਇੱਥੇ ਈਸਾਈ ਵੀ ਆ ਸਕਦਾ ਹੈ, ਇੱਥੇ ਬੋਧੀ ਵੀ ਆ ਸਕਦਾ ਹੈ। ਤਾਂ ਤੁਸੀਂ ਕਹੋਗੇ ਹੋਰ ਅਸਥਾਨਾਂ ਤੇ ਰੋਕ ਲਾਈ ਜਾਂਦੀ? ਬਿਲਕੁਲ ਲਾਈ। ਤੁਸੀਂ ਮੱਕੇ ਦਾ ਇਤਿਹਾਸ ਪੜ੍ਹ ਕੇ ਵੇਖੋ। ਮੱਕਾ ਸ਼ਹਿਰ ਦਾ ਨਾਮ ਹੈ, ਮਦੀਨਾ ਉਹਨਾਂ ਦਾ ਮਹਾਨ, ਜਿਹਨੂੰ ਕਾਬਾ ਕਹਿ ਦਿੰਦੇ, ਉਹ ਉਹਨਾਂ ਦਾ ਮਹਾਨ ਪਵਿੱਤਰ ਅਸਥਾਨ ਹੈ ਮੁਸਲਮਾਨਾਂ ਦਾ, ਜਿੱਥੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਜਾਂਦੇ ਨੇ। ਪਰ ਕਦੀ ਤੁਹਾਨੂੰ ਉੱਥੇ ਜਾਣ ਦਾ ਮੌਕਾ ਮਿਲੇ ਜਾਂ ਉੱਥੋਂ ਦੇ ਇਤਿਹਾਸ ਪੜ੍ਹਨ ਦਾ ਮੌਕਾ ਮਿਲੇ, ਮਦੀਨੇ ਦੇ ਵਿੱਚ, ਕਾਬੇ ਦੇ ਵਿੱਚ ਮੱਥਾ ਟੇਕਣ ਦੀ ਦੂਰ ਦੀ ਗੱਲ ਹੈ, ਦਰਸ਼ਨ ਕਰਨੇ ਦੂਰ ਦੀ ਗੱਲ ਹੈ। ਜਿੱਥੋਂ ਮੱਕਾ ਸ਼ਹਿਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਨਾ, ਉਸ ਹੱਦ ਤੱਕ ਤੇ ਕੋਈ ਬੰਦਾ ਜਾ ਸਕਦਾ ਹੈ। ਮੱਕੇ ਸ਼ਹਿਰ ਦੇ ਵਿੱਚ ਜੇ ਕੋਈ ਪ੍ਰਵੇਸ਼ ਕਰ ਸਕਦਾ ਤੇ ਮੁਸਲਮਾਨ ਵੀਰ ਕਰ ਸਕਦਾ, ਹੋਰ ਧਰਮ ਦਾ ਮੱਕੇ ਸ਼ਹਿਰ ਵਿੱਚ ਵੀ ਪ੍ਰਵੇਸ਼ ਨਹੀਂ ਕਰ ਸਕਦਾ। ਇਹਨਾਂ ਉਹਨਾਂ ਦਾ ਲਾ ਹੈ, ਇਹਨਾਂ ਉਹਨਾਂ ਦੀ ਸ਼ਰ੍ਹਾ ਹੈ, ਮਰਿਆਦਾ ਹੈ ਵੀ ਗੈਰ ਮੁਸਲਮਾਨ ਬੰਦਾ ਸ਼ਹਿਰ ਵਿੱਚ ਵੀ ਨਹੀਂ ਵੜ ਸਕਦਾ। ਕਿਉਂ ਨਹੀਂ ਵੜ ਸਕਦੀ? ਉਹ ਕਹਿਣ ਲੱਗੇ, ਸਾਡੇ ਇਸ ਮੱਕੇ ਸ਼ਹਿਰ ਦੇ ਵਿੱਚ ਕਾਬਾ ਅਸਥਾਨ ਹੈ, ਮਹਾਨ ਪਵਿੱਤਰ ਅਸਥਾਨ ਹੈ, ਉੱਥੇ ਕੇਵਲ ਮੁਸਲਮਾਨ ਮੱਥਾ ਟੇਕ ਸਕਦਾ, ਮੁਸਲਮਾਨ ਵੀਰ ਆ ਸਕਦਾ। ਇੰਨੀ ਪਾਬੰਦੀ ਲਾ ਦਿੱਤੀ ਗਈ ਉਸ ਅਸਥਾਨ ਤੇ। ਇਸ ਤਰ੍ਹਾਂ ਕੀਤਾ ਹੈ। ਪਰ ਕਦੀ ਤੁਸੀਂ ਹਰਿਮੰਦਰ ਸਾਹਿਬ ਜਾਓ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ, ਕਿਹੜੀ ਕਿਹੜੀ ਬਰਾਦਰੀ ਦੇ ਉੱਥੇ ਨੇ, ਕੋਈ ਮਨਾ ਨਹੀਂ ਕੀਤਾ, ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਹਰਿਮੰਦਰ ਸਾਹਿਬ ਦੇ ਵਿੱਚ ਕਦੀ ਕਿਤੇ ਤੁਸੀਂ ਸੇਵਾਦਾਰ ਨੂੰ, ਖਲੋਤੇ ਨੂੰ ਇਹ ਨਹੀਂ ਵੇਖਿਆ ਹੋਏਗਾ ਵੀ ਕਿਸੇ ਦੀ ਜਾਤ ਬਰਾਦਰੀ ਪੁੱਛ ਰਿਹਾ ਹੋਏਗਾ ਵੀ ਜੇ ਤੂੰ ਮੁਸਲਮਾਨ ਤੇ ਨਹੀਂ ਜਾ ਸਕਦਾ, ਜੇ ਤੂੰ ਹਿੰਦੂ ਹੈ ਤੇ ਨਹੀਂ ਜਾ ਸਕਦਾ, ਜੇ ਤੂੰ ਜੈਨੀ ਹੈ ਤੇ ਨਹੀਂ ਜਾ ਸਕਦਾ, ਜੇ ਤੂੰ ਬੋਧੀ ਹੈ ਤੇ ਨਹੀਂ ਜਾ ਸਕਦਾ, ਜੇ ਤੂੰ ਸਿੱਖ ਹੈ ਤੇ ਜਾ ਸਕਦਾ ਨਹੀਂ। ਇੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਉਹ ਚਾਰ ਦਰਵਾਜ਼ੇ ਇਸੇ ਗੱਲ ਦੀ ਅਗਵਾਈ ਭਰਦੇ ਨੇ, ਚਾਰੇ ਦਿਸ਼ਾਵਾਂ ਤੋਂ, ਚਾਰੇ ਵਰਣਾਂ ਦੇ, ਜਿਹੜਾ ਵੀ ਮਰਜ਼ੀ ਹੋਵੇ, ਇਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਤੇ ਹਰੇਕ ਕੋਈ ਮੱਥਾ ਟੇਕ ਸਕਦਾ, ਆ ਸਕਦਾ। ਇਵੇਂ ਬਚਨ ਇਸ ਕਰਕੇ ਸਾਂਝੇ ਕੀਤੇ ਨੇ। ਜਿਹੜਾ ਹਰਿਮੰਦਰ ਸਾਹਿਬ ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸਾਰੀ ਕਰਾਈ, ਪਰ ਜਿਹੜੀਆਂ ਪਰਿਕਰਮਾ ਤੇ ਸਰੋਵਰ ਸੀ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੇ ਦੀ ਸੇਵਾ। ਤੇ ਭਾਈ ਸਾਲੋ ਵਰਗੇ, ਬਾਬਾ ਬੁੱਢਾ ਜੀ ਵਰਗੇ, ਹੋਰ ਗੁਰੂ ਦੇ ਪਿਆਰ ਵਾਲੇ ਸਿੱਖ ਜਿਹੜੇ ਸਨ, ਉਹਨਾਂ ਨੇ ਆਪ ਟੋਕਰੀਆਂ ਢੋਈਆਂ, ਆਪ ਇਸ ਮਹਾਨ ਪਵਿੱਤਰ ਸਰੋਵਰ ਦੀ ਸੇਵਾ ਕੀਤੀ। ਉਹ ਭਾਈ ਸਾਲੋ ਜਿਹਦੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੋਈ, ਇੰਨੀ ਸੇਵਾ ਕਰਦਾ ਸੀ, ਇੰਨਾ ਸਿਮਰਨ ਕਰਦਾ ਸੀ, ਹਜੂਰ ਇਹਦੇ ਤੇ ਇੰਨੇ ਤਰੁੱਠ ਗਏ ਸਨ, ਪ੍ਰਸੰਨ ਹੋ ਗਏ ਸਨ। ਕਹਿਣ ਲੱਗੇ, ਭਾਈ ਸਾਲੋ ਦਿਨ ਰਾਤ ਇੱਕ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਪਿਆ ਕਰਦਾ, ਸਿਮਰਨ ਪਿਆ ਕਰਦਾ। ਕਹਿਣ ਲੱਗੇ, ਜਿੱਧਰ ਵੀ ਜਾਏਗਾ ਗੁਰਸਿੱਖੀ ਦਾ ਪ੍ਰਚਾਰ ਕਰੇਗਾ। ਕਹਿਣ ਲੱਗੇ, ਤੇਰੀ ਰਸਨਾ ਤੇ ਜੋ ਬਚਨ ਆਇਆ ਕਰਨਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੱਚ ਹੋ ਜਾਇਆ ਕਰਨ। ਉਹਨੂੰ ਸਿੱਖੀ ਦਾ ਪ੍ਰਚਾਰਕ ਬਣਾਇਆ ਮਹਾਰਾਜ ਜੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ। ਪ੍ਰਚਾਰਕ ਬਣਨ ਤੋਂ ਬਾਅਦ ਦੂਰ ਦਰਾਡੇ ਪ੍ਰਚਾਰ ਕਰਕੇ ਆਉਣਾ ਤੇ ਫਿਰ ਆਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਵਿੱਚ ਲੱਗ ਜਾਣਾ।
ਸਿਮਰਨ ਵਿੱਚ ਲੱਗ ਜਾਣਾ, ਕਿੰਨੀ ਕੁ ਬਰਕਤ ਆ ਜਾਂਦੀ ਉਹਨਾਂ ਗੁਰਮੁਖਾਂ ਦੀ ਰਸਨਾ ਤੇ, ਜਿਹੜੇ ਸੇਵਾ ਤੇ ਸਿਮਰਨ ਵਿੱਚ ਜੁੜ ਜਾਂਦੇ ਨੇ। ਕਹਿਣ ਲੱਗੇ ਇੱਕ ਵਾਰੀ ਭਾਣਾ ਵਾਪਰਿਆ ਵੀ ਬਹੁਤ ਮੀਂਹ ਪਿਆ ਤੇ ਕਈ ਦਿਨ ਮੀਂਹ ਪੈਂਦਾ ਪਿਆ, ਤੇ ਜਿੰਨੀਆਂ ਵੀ ਲੱਕੜਾਂ ਲਿਆ ਕੇ ਰੱਖੀਆਂ ਸਨ ਜਾਂ ਹੋਰ ਬਾਲਣ ਦਾ ਪ੍ਰਬੰਧ ਕੀਤਾ ਗਿਆ ਸੀ, ਸਾਰਾ ਵਰਤ ਲਿਆ ਗਿਆ। ਹੁਣ ਮੀਂਹ ਹਟੇ ਤੇ ਸਿੱਖ ਜਿਹੜੇ ਸੀ ਜੰਗਲਾਂ ਵਿੱਚ ਜਾਣ, ਕਿਤੇ ਬਾਲਣ ਲਿਆਉਣ, ਕਿਤੇ ਹੋਰ ਕੰਮ ਕਰਨ, ਲੰਗਰ ਦੇ ਵਿੱਚ ਜ਼ਰੂਰਤ ਸੀ। ਕਹਿਣ ਲੱਗੇ ਇੱਕ ਦਿਨ ਤੇ ਲਾਂਗਰੀ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਮਹਾਰਾਜ ਹੁਣ ਲੰਗਰ ਨਹੀਂ ਤਿਆਰ ਹੋ ਸਕਦਾ। ਪੁੱਛਿਆ ਕਿਉਂ? ਕਹਿਣ ਲੱਗੇ ਬਾਲਣ ਹੀ ਖਤਮ ਹੋ ਗਿਆ, ਮੀਂਹ ਪੈਣੋਂ ਨਹੀਂ ਹਟਦਾ ਪਿਆ, ਜਿੰਨਾ ਜਮਾ ਕੀਤਾ ਸੀ ਉਹ ਵੀ ਵਰਤ ਲਿਆ ਗਿਆ, ਹੁਣ ਕੀ ਕੀਤਾ ਜਾਏਗਾ। ਉੱਥੇ ਖਲੋਤੇ ਸਨ ਭਾਈ ਸਾਲੋ ਜੀ, ਉਸ ਸਿੱਖ ਨੂੰ ਕਹਿਣ ਲੱਗੇ ਸਿੱਖਾ ਅੱਜ ਹੀ ਪ੍ਰਬੰਧ ਹੋ ਜਾਏਗਾ, ਤੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਕਿਤੇ ਕਮੀ ਨਾ ਆਉਣ ਦੇ, ਕਿਤੇ ਨਾਗਾ ਨਾ ਪੈ ਜਾਏ। ਪੁੱਛਿਆ ਜੀ ਕਿਵੇਂ ਪ੍ਰਬੰਧ ਕਰੋਗੇ, ਕਿੱਥੋਂ ਲੈ ਕੇ ਆਉਂਗੇ? 4 ਚੁਫੇਰੇ ਅਸੀਂ ਢੂੰਡ ਲਿਆ, ਕਿਤੇ ਕੋਈ ਸੁੱਕਾ ਬਾਲਣ ਨਹੀਂ ਮਿਲਦਾ ਪਿਆ, ਪਾਥੀਆਂ ਨਹੀਂ ਮਿਲਦੀਆਂ ਪਈਆਂ। ਕਹਿਣ ਲੱਗੇ ਮੇਰੀ ਡਿਊਟੀ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ ਮੈਂ ਲਿਆਵਾਂਗਾ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚੋਂ ਕੋਈ ਖਾਲੀ ਵਾਪਸ ਨਾ ਜਾਏ। ਉਸ ਭਾਈ ਸਾਲੋ ਨੇ ਕੀ ਕੀਤਾ ਹੈ, ਗੱਡੇ ਨੂੰ ਜੋ ਲਿਆ, ਗੱਡੇ ਦੇ ਉੱਤੇ ਸਵਾਰ ਹੋ ਗਿਆ, ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਤੇ ਸ਼ਹਿਰ ਤੋਂ ਬਾਹਰ ਨਿਕਲ ਕੇ ਗਲੀਆਂ ਦੇ ਵਿੱਚ ਹੋਕਾ ਦੇਣਾ ਸ਼ੁਰੂ ਕਰ ਦਿੱਤਾ। ਉਸ ਗੁਰਮੁਖ ਪਿਆਰੇ ਨੇ ਹੋਕਾ ਪਤਾ ਕੀ ਦਿੱਤਾ ਸੀ? ਕਹਿ ਲੱਗੇ ਗੁਰੂ ਦੇ ਸਿੱਖੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਲੰਗਰ ਵਾਸਤੇ ਬਾਲਣ ਚਾਹੀਦਾ ਨਹੀਂ। ਜਿਹੜਾ ਕੋਈ ਇੱਕ ਪਾਥੀ ਦੇਗਾ ਉਹਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਏਗਾ, ਜਿਹੜਾ 2 ਪਾਥੀਆਂ ਦੀ ਸੇਵਾ ਕਰੇਗਾ ਉਹਦੇ ਘਰ ਦੇ ਵਿੱਚ 2 ਪੁੱਤਰਾਂ ਦੀਆਂ ਦਾਤਾਂ ਪੈਦਾ ਹੋਣਗੀਆਂ, ਜਿਹੜੀਆਂ ਲੱਕੜਾਂ ਦੀ ਸੇਵਾ ਕਰੇਗਾ ਉਹਦੇ ਘਰ ਦੇ ਵਿੱਚ ਧੀਆਂ ਪੁੱਤਰਾਂ ਦੀਆਂ ਦਾਤਾਂ ਪੈਦਾ ਹੋਣਗੀਆਂ। ਕਰੋ ਵੱਧ ਤੋਂ ਵੱਧ ਸੇਵਾ। ਤੇ ਜਦੋਂ ਪਿੰਡ ਵਾਲਿਆਂ ਨੇ ਇਹ ਬਚਨ ਸੁਣੇ ਨਾ ਭਾਈ ਸਾਲੋ ਦੀ ਰਸਨਾ ਤੋਂ, ਤੇ ਕਹਿਣ ਲੱਗੇ ਉਸੇ ਵੇਲੇ ਘਰਾਂ ਦੇ ਵਿੱਚੋਂ, ਕਿਉਂਕਿ ਪਾਥੀਆਂ ਤੁਸੀਂ ਸਮਝਦੇ ਹੋ, ਚਲੋ ਤੁਸੀਂ ਪੜ੍ਹੇ ਲਿਖੇ ਬੱਚੇ ਤੇ ਨਹੀਂ, ਆਪਾਂ ਪਿੰਡਾਂ ਦੇ ਵਿੱਚ ਵੇਖਦੇ ਹਾਂ ਵੀ ਜਦੋਂ ਸਟੋਵ ਦਾ ਪ੍ਰਬੰਧ ਨਹੀਂ ਸੀ ਹੁੰਦਾ, ਸਿਲੰਡਰਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ, ਗੋਵੇ ਦੀਆਂ ਪਾਥੀਆਂ ਬਣਾ ਕੇ ਤੇ ਉਹਦੇ ਨਾਲ ਲੱਕੜਾਂ ਦੇ ਅੱਗ ਬਾਲੀ ਜਾਂਦੀ ਸੀ, ਭੋਜਨ ਪਾਣੀ ਤਿਆਰ ਕੀਤਾ ਜਾਂਦਾ। ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਘੀਰੇ ਬਣਾਏ ਜਾਂਦੇ ਨੇ, ਉਹਨਾਂ ਦੇ ਵਿੱਚ ਪਾਥੀਆਂ ਰੱਖੀਆਂ ਜਾਂਦੀਆਂ ਵੀ ਜਦੋਂ ਕਿਤੇ ਬਾਰਿਸ਼ਾਂ ਦਾ ਸਮਾਂ ਹੋਣਾ ਉਦੋਂ ਉਹਦੇ ਵਿੱਚੋਂ ਸੁੱਕੀਆਂ ਕੱਢ ਕੇ ਤੇ ਅੱਗ ਬਾਲ ਕੇ ਭੋਜਨ ਪਾਣੀ ਤਿਆਰ ਕਰ ਲੈਣ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਦੇ ਵਿੱਚ ਭੋਜਨ ਪਾਣੀ ਤਿਆਰ ਕਰਨ ਵਾਸਤੇ ਕੁਝ ਘੀਰੇ ਬਣਾ ਛੱਡੇ ਸਨ, ਪਾਥੀਆਂ ਤੇ ਲੱਕੜਾਂ ਰੱਖ ਛੱਡੀਆਂ ਸਨ, ਜਦੋਂ ਭਾਈ ਸਾਲੋ ਦੀ ਰਸਨਾ ਤੋਂ ਹੋਕਾ ਸੁਣਿਆ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਲੰਗਰਾਂ ਵਾਸਤੇ ਬਾਲਣ ਦੀ ਲੋੜ, ਜਿਹੜਾ ਵੀ ਸੇਵਾ ਕਰੇਗਾ ਉਹਨੂੰ ਮੂੰਹ ਮੰਗਿਆ ਮੁਰਾਦਾਂ ਮਿਲਣਗੀਆਂ, ਉਸ ਵੇਲੇ ਕਿਸੇ ਸਿੱਖ ਨੇ ਆਪਣੇ ਘਰ ਦੇ ਵਿੱਚੋਂ 2 ਪਾਥੀਆਂ ਲਿਆ ਕੇ ਗੱਡੇ ਤੇ ਰੱਖੀਆਂ, ਕਿਸੇ ਨੇ 5 ਪਾਥੀਆਂ ਰੱਖ ਦਿੱਤੀਆਂ, ਕਿਸੇ ਨੇ 2 ਲੱਕੜਾਂ ਲਿਆ ਕੇ ਰੱਖ ਦਿੱਤੀਆਂ, ਕਿਸੇ ਨੇ 4-5 ਲੱਕੜਾਂ ਲਿਆ ਕੇ ਰੱਖ ਦਿੱਤੀਆਂ। ਜਿਵੇਂ ਜਿਵੇਂ ਭਾਈ ਸਾਲੋ ਜੀ ਗੱਡਾ ਘੁਮਾਈ ਜਾਂਦੇ ਨੇ, ਹੋਕਾ ਦੇਈ ਜਾਂਦੇ ਨੇ, ਗੁਰਮੁਖੋ ਸ਼ਾਮ ਤੱਕ ਭਾਈ ਸਾਲੋ ਨੇ ਐਸੇ ਬਚਨ ਕਹਿ ਕੇ ਲੋਕਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨਗੇ, ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ, ਧੀਆਂ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ। ਜਿਹੜਾ ਵੀ ਲੰਗਰ ਦੇ ਵਿੱਚ ਪਾਥੀਆਂ ਦੀ ਸੇਵਾ ਕਰੇਗਾ, ਸਾਰਿਆਂ ਨੇ ਸੇਵਾ ਕੀਤੀ ਤੇ ਸ਼ਾਮ ਨੂੰ ਘੱਟੋ ਘੱਟ 2-3 ਗੱਡੇ ਭਰ ਕੇ ਬਾਲਣ ਦੇ ਲੰਗਰਾਂ ਵਿੱਚ ਲਿਆ ਕੇ ਭਾਈ ਸਾਲੋ ਜੀ ਨੇ ਸੁੱਟ ਦਿੱਤੇ। ਸਾਰੇ ਸਿੱਖ ਇਕੱਠੇ ਹੋ ਗਏ, ਗੁਰੂ ਦੇ ਪਿਆਰ ਵਾਲੇ ਲੰਗਰ ਬਣਾਉਣ ਵਾਲੇ ਖੁਸ਼ ਹੋ ਗਏ ਵੀ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਲੰਗਰ ਫਿਰ ਤਿਆਰ ਹੋ ਜਾਏਗਾ, ਨਾਗਾ ਨਹੀਂ ਪਏਗਾ। ਇੱਕ ਸਿੱਖ ਨੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੱਸ ਦਿੱਤਾ, ਕਹਿਣ ਲੱਗੇ ਮਹਾਰਾਜ, ਜਿਸ ਭਾਈ ਸਾਲੋ ਨੂੰ ਬੜਾ ਪ੍ਰੇਮ ਕਰਦੇ ਹੋ, ਜਿਹਨੂੰ ਕਹਿੰਦੇ ਹੋ ਸਾਡੇ ਗੁਰੂ ਘਰ ਦਾ ਪ੍ਰਚਾਰਕ ਹੈ, ਕਹਿਣ ਲੱਗੇ ਉਹ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਹੋਕਾ ਦੇਈ ਜਾਂਦੇ ਜੇ, ਪੁੱਤਰ ਵੰਡੀ ਜਾਂਦੇ ਜੇ, ਧੀਆਂ ਵੰਡੀ ਜਾਂਦੇ ਜੇ, ਦਾਤਾਂ ਦੇਈ ਜਾਂਦੇ ਜੇ। ਉਹ ਕਹਿੰਦਾ ਵੀ 1 ਪਾਥੀ ਦੇਗਾ ਤੇ ਗੁਰੂ ਰਾਮਦਾਸ ਮਹਾਰਾਜ ਜੀ 1 ਪੁੱਤਰ ਦੇਣਗੇ, 2 ਪਾਥੀਆਂ ਦੀ ਸੇਵਾ ਕਰੋਗੇ 2 ਪੁੱਤਰ ਮਿਲਣਗੇ, ਲੱਕੜਾਂ ਦੀ ਸੇਵਾ ਕਰੋਗੇ ਤੇ ਘਰ ਮਹੱਲ ਮਿਲੇਗਾ। ਮਹਾਰਾਜ 1 ਪਾਥੀ ਦੇ ਬਦਲੇ ਤੁਹਾਡਾ ਸੇਵਕ ਪੁੱਤਰ ਵੰਡੀ ਜਾਂਦਾ ਜੀ। ਜਿਸ ਵੇਲੇ ਸ਼ਿਕਾਇਤ ਕੀਤੀ ਗਈ ਨਾ, ਉਸ ਵੇਲੇ ਭਾਈ ਸਾਲੋ ਜੀ ਨੂੰ ਸੱਦ ਲਿਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ ਭਾਈ ਸਾਲੋ, ਆ ਸਿੱਖ ਕੀ ਕਹਿੰਦੇ ਪਏ ਨੇ? ਪੁੱਛਿਆ ਜੀ ਕੀ ਕਹਿੰਦੇ ਨੇ?
ਕਹਿਣ ਲੱਗੇ ਵੀ ਪਾਥੀਆਂ ਦੇ ਬਦਲੇ ਪੁੱਤਰ ਵੰਡੀ ਆਉਂਦਾ ਲੋਕਾਂ ਦੇ ਘਰਾਂ ਦੇ ਵਿੱਚ, ਲੱਕੜਾਂ ਦੇ ਪਰਥਾਏ ਕਹਿ ਕਹਿ ਕੇ ਤੇ ਲੋਕਾਂ ਨੂੰ ਘਰਾਂ ਦੀਆਂ ਦਾਤਾਂ ਵੱਡੀ ਆਉਂਦਾ ਹੈ। ਵੀ ਗੁਰੂ ਰਾਮਦਾਸ ਮਹਾਰਾਜ ਜੀ ਆਹ ਵੀ ਦਾਤ ਦੇਣਗੇ, ਆਹ ਵੀ ਦਾਤ, ਪਾਥੀਆਂ ਦੇ ਬਦਲੇ ਸਾਰੀਆਂ ਦਾਤਾਂ ਦੇ ਆਇਆ ਜੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਲੋ ਕੀ ਸੱਚ ਕਹਿੰਦੇ ਪਏ ਨੇ ਸਿੱਖ? ਕਹਿਣ ਲੱਗਾ ਮਹਾਰਾਜ ਜੀ ਸੱਚ ਕਹਿੰਦੇ। ਪੁੱਛਿਆ ਕਿਉਂ ਕੀਤਾ? ਕਹਿਣ ਲੱਗੇ ਲੰਗਰ ਨਹੀਂ ਸੀ ਬਣਨਾ, ਲੰਗਰਾਂ ਵਾਸਤੇ ਬਾਲਣ ਦੀ ਲੋੜ ਸੀ, ਕੁਝ ਵੀ ਨਹੀਂ ਸੀ, ਇਸ ਕਰਕੇ ਮੈਂ ਹੋਕਾ ਦਿੱਤਾ ਹੈ। ਤੇ ਪੁੱਛਿਆ ਵੀ ਸਾਨੂੰ ਤੇ ਪੁੱਛ ਲੈਣਾ ਸੀ ਵੀ ਅਸੀਂ ਪੁੱਤਰ ਦੇਣਾ ਹੈ ਕਿ ਨਹੀਂ, ਸਾਨੂੰ ਤੇ ਪੁੱਛ ਲੈਣਾ ਹੈ ਵੀ ਬੰਦੇ ਨੂੰ ਦਾਤ ਦੇਣੀ ਹੈ ਕਿ ਨਹੀਂ। ਕਹਿਣ ਲੱਗਾ ਹੱਥ ਜੋੜ ਕੇ ਮਹਾਰਾਜ ਤੁਹਾਨੂੰ ਤੇ ਤਾਂ ਪੁੱਛਦਾ ਨਾ ਜੇ ਤੁਹਾਡੇ ਘਰ ਦੇ ਵਿੱਚ ਦਾਤਾਂ ਨਾ ਹੁੰਦੀਆਂ। ਮੈਨੂੰ ਪਤਾ ਹੈ ਵੀ ਤੁਹਾਡੇ ਘਰ ਦੇ ਖਜ਼ਾਨੇ ਭਰੇ ਪਏ ਨੇ, ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਤੇ ਜੇ ਕਿਸੇ ਚੀਜ਼ ਦੀ ਘਾਟ ਨਹੀਂ ਤੇ ਫਿਰ ਸੱਚ ਜਾਣਿਆ ਜੇ, ਫਿਰ ਪੁੱਛਣ ਦੀ ਕੀ ਲੋੜ। ਤੇ ਮੈਂ ਇੱਕ ਬੇਨਤੀ ਕਰਦੇ ਹਾਂ, ਵਾਕਈ ਗੁਰੂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਜੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਰ। ਗੁਰੂ ਨੂੰ ਦਾਤਾ ਆਖਿਆ ਗਿਆ ਹੈ ਗੁਰਬਾਣੀ ਦੇ ਵਿੱਚ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰ ਤੀਰਥ ਗੁਰ ਪਾਰ ਜਾਤ। ਹੁਣ ਪਾਰ ਜਾਤ ਦੇ ਅਰਥ ਕੀ ਨੇ? ਪਾਰ ਜਾਤ ਇੱਕ ਦਰਖਤ ਦਾ ਨਾਮ। ਸਨਾਤਨ ਧਰਮ ਵਾਲਿਆਂ ਨੇ ਲਿਖਿਆ ਵੀ ਇੰਦਰ ਦੇਵਤਾ ਦੇ ਬਾਗ ਦੇ ਵਿੱਚ ਰੁੱਖ ਮਿਲਦਾ, ਇਸ ਰੁੱਖ ਦੇ ਕੋਲ ਬੈਠ ਕੇ ਜਿਹੜਾ ਵੀ ਕੋਈ ਮੰਗ ਮੰਗਦਾ ਉਹਦੀ ਝੋਲੀ ਵਿੱਚ ਉਹ ਦਾਤ ਪੈ ਜਾਂਦੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਭਲਿਆ ਅੱਜ ਤੱਕ ਪਤਾ ਨਹੀਂ ਇੰਦਰ ਦੇਵਤਾ ਦੇ ਬਾਗ ਵਿੱਚੋਂ ਕਿਸੇ ਨੂੰ ਪਾਰਜਾਤ ਰੁੱਖ ਮਿਲਿਆ ਹੈ ਕਿ ਨਹੀਂ, ਪਤਾ ਨਹੀਂ ਰੁੱਖ ਕੋਲੋਂ ਮੰਗਣ ਤੋਂ ਬਾਅਦ ਕੋਈ ਦਾਤ ਮਿਲੀ ਹੈ ਕਿ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਰਜਾਤ ਰੁੱਖ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਰਦਾਸ ਕਰੀ, ਜਿਹੜੀ ਦਾਤ ਮੰਗੇਗਾ ਉਹੀ ਝੋਲੀ ਵਿੱਚ ਪਏਗੀ। ਭਾਈ ਸਾਲੋ ਕਹਿਣ ਲੱਗੇ ਮਹਾਰਾਜ ਜੀ ਪੁੱਛਦਾ ਤੇ ਤੁਹਾਨੂੰ ਤਾਂ, ਜੇ ਮੈਨੂੰ ਇਹ ਪਤਾ ਹੁੰਦਾ ਵੀ ਤੁਹਾਡੇ ਕੋਲ ਨਹੀਂ ਮਿਲਣਾ, ਸਾਰੀਆਂ ਦਾਤਾਂ ਤੇ ਤੁਹਾਡੇ ਘਰ ਦੇ ਵਿੱਚ ਨੇ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ, ਉਧਰੇ ਸਭ ਸੰਸਾਰ। ਗੁਰੂ ਸਾਡੀਆਂ ਮਨਸਾਵਾਂ ਪੂਰੀਆਂ ਕਰਨ ਵਾਲਾ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਬਹੂ ਧੂਰੀਏ। ਕਹਿਣ ਲੱਗਾ ਪੁੱਛਦਾ ਤੇ ਤਾਂ ਨਾ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੁੰਦੀ। ਮੈਨੂੰ ਪਤਾ ਸੀ ਗੁਰੂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਮੈਂ ਹੋਕਾ ਦੇ ਦਿੱਤਾ। ਹੁਣ ਮੈਨੂੰ ਪਤਾ ਵੀ ਜਿਹੜੇ ਨੇ ਸੇਵਾ ਕੀਤੀ ਤੁਸੀਂ ਜ਼ਰੂਰ ਉਹਨਾਂ ਦੀ ਝੋਲੀ ਵਿੱਚ ਦਾਤਾਂ ਪਾਓਗੇ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਕਹਿਣ ਲੱਗੇ ਭਾਈ ਸਾਲੋ ਹੁਣ ਤੱਕ ਤੇ ਨਹੀਂ ਸੀ ਹੋ ਸਕਦਾ ਕਿਸੇ ਨੂੰ ਨਾ ਮਿਲੇ, ਪਰ ਤੂੰ ਸਾਡਾ ਸਿੱਖੇ ਵਾਅਦਾ ਕਰ ਆਇਆ, ਜਿਹਨੂੰ ਕਹਿ ਆਇਆ ਹੈ। ਕਹਿਣ ਲੱਗੇ ਉਹਦੇ ਘਰ ਦੇ ਵਿੱਚ ਜ਼ਰੂਰ ਪੁੱਤਰਾਂ ਦੀਆਂ ਦਾਤਾਂ ਹੋਣਗੀਆਂ, ਉਹਨੂੰ ਜ਼ਰੂਰ ਧਨ ਦੌਲਤ ਮਿਲੇਗੀ। ਇੱਕ ਹੋਰ ਬਖਸ਼ਿਸ਼ ਪਤਾ ਕੀ ਕੀਤੀ? ਕਹਿਣ ਲੱਗੇ ਕੱਲਾ ਅੱਜ ਹੀ ਨਹੀਂ, ਜਿੱਥੇ ਵੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਏਗਾ, ਜਿੱਥੇ ਵੀ ਦੂਰ ਦਰਾਡੇ ਕਿਸੇ ਸਿੱਖ ਨੂੰ ਕਹਿ ਦੇਗਾ ਵੀ ਤੁਹਾਡੇ ਘਰ ਦੇ ਵਿੱਚ ਆ ਦਾਤ ਮਿਲ ਜੇਗੀ, ਕਹਿਣ ਲੱਗੇ ਤੇਰੀ ਰਸਨਾ ਤੋਂ ਬੋਲ ਸੱਚੇ ਹੋਣਗੇ, ਕਦੀ ਝੂਠੇ ਨਹੀਂ, ਉਹਦੇ ਘਰ ਦੇ ਵਿੱਚ ਵੀ ਦਾਤਾਂ ਆ ਜਾਣ। ਇਹ ਇੰਨੀ ਬਖਸ਼ਿਸ਼ ਕਿੱਥੋਂ ਮਿਲ ਗਈ ਜੀ ਭਾਈ ਸਾਲੋ ਨੂੰ? ਉਹਨੂੰ ਬਖਸ਼ਿਸ਼ ਮਿਲੀ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਸੇਵਾ ਤੇ ਸਿਮਰਨ ਕਰਕੇ। ਪ੍ਰਚਾਰਕ ਸੀ ਗੁਰੂ ਘਰ ਦਾ, ਤੇ ਪ੍ਰਚਾਰਕ ਨੂੰ ਮਹਾਰਾਜ ਜੀ ਨੇ ਨਿਵਾਜਿਆ ਸੀ, ਜੋ ਬਚਨ ਕਹੇਗਾ ਸੱਚ ਹੋ ਜਾਏਗਾ। ਅੱਜ ਇਸ ਅਸਥਾਨ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਬਾਬਾ ਸਤਨਾਮ ਸਿੰਘ ਜੀ ਅਟਵਾਲ ਤੋਂ ਦੂਸਰੀ ਬਰਸੀ ਉਹਨਾਂ ਬਾਰੇ ਪਤਾ ਲੱਗਾ ਸੀ ਵੀ ਇਸ ਅਸਥਾਨ ਤੇ ਨਹੀਂ, ਇਸ ਇਲਾਕੇ ਦੇ ਵਿੱਚ ਪਹਿਲਾਂ ਤੇ ਸਰਵਿਸ ਕਰਦੇ ਰਹੇ ਸਨ। ਸਰਵਿਸ ਕਰਨ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਹਾਰਮੋਨੀਅਮ ਚੁੱਕ ਲਿਆ, ਜਾ ਜਾ ਕੇ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਨਾ, ਨਾਲ ਵਿਆਖਿਆ ਕਰਨੀ, ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਨਾ। ਗੁਰਮਖੋ ਪਤਾ ਲੱਗਾ ਵੀ ਮਹਾਂਪੁਰਖਾਂ ਦੀ ਸੰਗਤ ਕਰ ਕਰਕੇ ਬਾਬਾ ਸਤਨਾਮ ਸਿੰਘ ਹੁਣਾਂ ਦੀ ਇੰਨੀ ਬਖਸ਼ਿਸ਼ ਹੋ ਗਈ ਸੀ। ਕਹਿਣ ਲੱਗੇ ਇੰਨਾ ਭਿੱਜ ਕੇ ਕੀਰਤਨ, ਇੰਨੀ ਭਿੱਜ ਕੇ ਵਿਆਖਿਆ ਕਰਦੇ ਸਨ, ਜਿਹੜਾ ਵੀ ਸੁਣਦਾ ਸੀ ਉਹਦੇ ਹਿਰਦੇ ਤੱਕ ਉਹਦਾ ਅਸਰ ਹੁੰਦਾ। ਇਹ ਸਭ ਬਖਸ਼ਿਸ਼ਾਂ ਕਿੱਥੋਂ ਮਿਲਦੀਆਂ ਨੇ? ਇਹ ਬਖਸ਼ਿਸ਼ਾਂ ਮਿਲਦੀਆਂ ਜਦੋਂ ਬਖਸ਼ੇ ਹੋਇਆਂ ਦੀ ਸੰਗਤ ਮਿਲ ਜਾਏ, ਜਦੋਂ ਗੁਰੂ ਦੀ ਸੰਗਤ ਮਿਲ ਜਾਏ, ਬਾਣੀ ਦੇ ਵਿੱਚ ਸਾਡਾ ਮਨ ਲੱਗਣ ਲੱਗ ਪਏ, ਸਿਮਰਨ ਵਿੱਚ ਮਨ ਲੱਗਣ ਲੱਗ ਪਏ, ਕੀਰਤਨ ਦੇ ਵਿੱਚ ਮਨ ਲੱਗਣ ਲੱਗ ਪਏ। ਬੜੀ ਵੱਡੀ ਦਾਤ ਹੈ ਸਤਿਗੁਰਾਂ ਦੀ ਕੀਰਤਨ ਕਰਨਾ, ਪ੍ਰਚਾਰ ਕਰਨਾ, ਪਰ ਨਿਸ਼ਕਾਮ ਹੋ ਕੇ ਕਰਨਾ, ਪਰਮਾਤਮਾ ਦੇ ਭੈ ਵਿੱਚ, ਗੁਰੂ ਦੇ ਭੈ ਵਿੱਚ ਹੋ ਕੇ ਸਾਰੀ ਸੇਵਾ ਕਰਨ ਦੇ ਨਾਲ। ਗੁਰਮਖੋ
ਰਹਿਮਤਾਂ ਦਾ ਪਾਤਰ ਬਣ ਜਾਂਦਾ। ਸਤਿਗੁਰੂ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।